ਲਗਾਤਾਰ ਹੀ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਸਾਰੇ ਸੁਹਿਰਦ ਸਿੱਖ ਸਿਧਾਂਤ, ਸਿੱਖ ਫਲਸਫੇ ਔਰ ਖਾਸ ਤੌਰ ਤੇ ਸਿੱਖ ਰਾਜਨੀਤੀ ਦੇ ਵਿੱਚ ਡੂੰਘੀ ਦਿਲਚਸਪੀ ਰੱਖਣ ਵਾਲੇ ਔਰ ਸਮਝ ਰੱਖਣ ਵਾਲੇ ਸਿੱਖਾਂ ਦੇ ਫੋਨ, ਈਮੇਲਸ ਆ ਰਹੀਆਂ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਨੂੰ ਲੈ ਕੇ ਸਾਰੇ ਜਿਹੜੇ ਸਿੱਖ ਨੇ ਬੜੇ ਚਿੰਤਤ ਨੇ। ਖੁਸ਼ੀ ਵਾਲੀ ਗੱਲ ਹੈ ਕਿ ਉਹ ਸਿੱਖ ਵੀ ਚਿੰਤਤ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਦੇ ਨਾਲ ਕੋਈ ਇਤਫਾਕ ਨਹੀਂ ਰੱਖਦੇ। ਇਹ ਇੱਕ ਚੰਗੀ ਗੱਲ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਖਤਮ ਹੋਣਾ ਇਹ ਸਿੱਖਾਂ ਲਈ ਬੜਾ ਘਾਤਕ ਹੈ। ਇਸ ਲਈ ਸਿੱਖ ਚਿੰਤਤ ਨਜ਼ਰ ਆ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਹਰਪ੍ਰੀਤ ਸਿੰਘ ਜੀ, ਤੁਹਾਡੇ ਵੈਂਡ ਸੁਣੇ, ਤੁਹਾਡੇ ਕੀਰਨੇ ਜਿਹੜੇ ਤੁਸੀਂ ਪਾਏ ਅੱਜ ਉਹ ਸੁਣੇ ਨੇ ਚੰਗੀ ਤਰ੍ਹਾਂ, ਜਿਨ੍ਹਾਂ 'ਚ ਤੁਸੀਂ ਕੀਰਨੇ ਪਾਉਂਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਖਤਮ ਹੋਣਾ ਸਿੱਖ ਕੌਮ ਲਈ ਘਾਤਕ ਹੈ। ਮੈਨੂੰ ਅਫਸੋਸ ਹੈ ਤੁਹਾਡੀ ਜ਼ੁਬਾਨ 'ਚੋਂ ਇਹ ਸ਼ਬਦ ਨਿਕਲ ਰਹੇ ਨੇ। ਅਕਾਲੀ ਦਲ ਨਾ ਕਦੀ ਖਤਮ ਹੋਇਆ ਗਿਆਨੀ ਜੀ, ਨਾ ਹੋ ਸਕਦਾ। ਖਤਮ ਹੋਇਆ ਤੇ ਬਾਦਲ ਦਾ ਪਰਿਵਾਰ ਖਤਮ ਹੋਇਆ, ਜਿਹਦੀਆਂ ਤੁਸੀਂ ਜੁੱਤੀਆਂ ਚੁੱਕਦੇ ਫਿਰਦੇ ਹੋ, ਜਿਹਦੀਆਂ ਤੁਸੀਂ ਬੁੱਤੀਆਂ ਸਾਰਦੇ ਫਿਰਦੇ ਹੋ। ਇਹ ਤੁਹਾਡੀਆਂ ਜ਼ਿੰਮੇਵਾਰੀਆਂ ਨਹੀਂ ਜਿਹੜੀਆਂ ਤੁਸੀਂ ਨਿਭਾ ਰਹੇ ਹੋ। ਤੁਸੀਂ ਇੱਕ ਗੁਲਾਮ ਦੀ ਜ਼ਿੰਦਗੀ ਜਿਉ ਰਹੇ ਹੋ। ਤੁਸੀਂ ਗੁਲਾਮਾਂ ਵਾਲਾ ਜਿਹੜਾ ਵਿਵਹਾਰ ਸ਼ੁਰੂ ਕੀਤਾ, ਇਹਨੂੰ ਬੰਦ ਕਰੋ। ਔਰ ਮੈਂ ਦਿੱਲੀ ਨੂੰ ਵੀ ਕਹਿਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਖਤਮ ਹੋਣਾ ਦੇਸ਼ ਲਈ ਵੀ ਘਾਤਕ ਹੈ, ਦੇਸ਼ ਲਈ ਵੀ ਸਹੀ ਨਹੀਂ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਅਜਿਹੀ ਪਾਰਟੀ ਹੈ ਜਿਸ ਨੇ ਹਿੰਦੁਸਤਾਨ ਨੂੰ, ਭਾਰਤ ਨੂੰ ਆਜ਼ਾਦ ਕਰਾਉਣ ਦੇ ਵਿੱਚ ਆਪਣਾ ਬਣਦਾ ਜਿਹੜਾ ਹੈ ਉਹ ਰੋਲ ਅਦਾ ਕੀਤਾ ਹੈ, ਬਣਦਾ ਯੋਗਦਾਨ ਜਿਹੜਾ ਹੈ ਉਹ ਪਾਇਆ। ਗਿਆਨੀ ਹਰਪ੍ਰੀਤ ਸਿੰਘ ਜੀ, ਤੁਸੀਂ ਦਿੱਲੀ ਨੂੰ ਅਪੀਲ ਕਰ ਰਹੇ ਹੋ ਕਿ ਅਕਾਲੀ ਦਲ ਬਚਾਵੇ, ਇਹਦੇ ਮਾਅਨੇ ਕੀ ਨੇ? ਸਿੱਖ ਕੌਮ ਨੂੰ ਸਮਝਾਓ, ਇੱਕ ਦਫਾ ਹੋਰ ਕਲੀਅਰ ਕਰੋ। ਦਿੱਲੀ ਤੁਸੀਂ ਕਿਸ ਨੂੰ ਕਹਿ ਰਹੇ ਹੋ ਅਕਾਲੀ ਦਲ ਬਚਾਉਣ ਲਈ? ਕਿਸ ਨੂੰ ਅਪੀਲ ਕਰ ਰਹੇ ਹੋ ਤੇ ਕਿਹਦੇ ਕਹਿਣ ਤੇ ਕਰ ਰਹੇ ਹੋ, ਤੇ ਉਹ ਕਿਵੇਂ ਬਚਾਊਗਾ? ਇਹ ਸਪਸ਼ਟ ਕਰੋ। ਅੱਜ ਜ਼ਰੂਰਤ ਹੈ ਇਸ ਗੱਲ ਦੀ ਕਿ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਧੜੇ ਨੇ, ਸਾਰੇ ਜਿਹੜੇ ਨੇ ਆਪਣੀ ਆਪਣੀ ਈਗੋ ਨੂੰ ਤਿਆਗ ਕੇ ਸ੍ਰੀ ਅਕਾਲ ਤਖਤ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਇੱਕ ਐਸਾ ਪਲੇਟਫਾਰਮ ਦਿੱਤਾ ਹੈ ਜਿੱਥੇ ਅਸੀਂ ਆਪਣੀ ਗੱਲ ਰੱਖ ਸਕਦੇ। ਉੱਥੇ ਸਾਨੂੰ ਬੈਠ ਕੇ ਇਕੱਠੇ ਹੋ ਕੇ ਤੁਰਨ ਦੀ ਬਹੁਤ ਵੱਡੀ ਜ਼ਰੂਰਤ ਹੈ। ਸ਼੍ਰੋਮਣੀ ਅਕਾਲੀ ਦਲ ਦਾ ਜਨਮ ਕੇਵਲ ਰਾਜ ਸੱਤਾ ਪ੍ਰਾਪਤ ਕਰਨ ਲਈ ਨਹੀਂ ਹੋਇਆ, ਬਲਕਿ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਖਾਲਸੇ ਦੇ ਬੋਲ ਬਾਲੇ, ਖਾਲਸੇ ਦੀ ਚੜ੍ਹਦੀ ਕਲਾ ਲਈ ਹੋਇਆ। ਸ਼੍ਰੋਮਣੀ ਅਕਾਲੀ ਦਲ ਇੱਕ ਸਿਆਸੀ ਪਾਰਟੀ ਨਹੀਂ ਹੈ, ਸ਼੍ਰੋਮਣੀ ਅਕਾਲੀ ਦਲ ਇੱਕ ਸੋਚ ਹੈ। ਅਗਰ ਉਹ ਸੋਚ ਬਰਕਰਾਰ ਹੈ ਤੇ ਸ਼੍ਰੋਮਣੀ ਅਕਾਲੀ ਦਲ ਬਰਕਰਾਰ ਹੈ, ਸ਼੍ਰੋਮਣੀ ਅਕਾਲੀ ਦਲ ਖੜਾ ਹੈ। ਇਸ ਲਈ ਉਸ ਸੋਚ ਨੂੰ ਮੁੜ ਉਭਾਰਨ ਦੀ ਜਿਹੜੇ ਬਹੁਤ ਵੱਡੀ ਜ਼ਰੂਰਤ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਆਪਣੇ ਉਦੇਸ਼ਾਂ ਦੀ, ਟੀਚਿਆਂ ਦੀ ਪੂਰਤੀ ਲਈ ਪੈਦਾ ਹੋਇਆ ਸੀ, ਉਹਨਾਂ ਉਦੇਸ਼ਾਂ ਤੇ ਟੀਚਿਆਂ ਦੀ ਪੂਰਤੀ ਵਾਸਤੇ ਇਸ ਨੂੰ ਮੁੜ ਜਿਹੜਾ ਹੈ ਉਹ ਯਤਨ ਆਰੰਭ ਕਰਨਾ ਚਾਹੀਦਾ ਹੈ। ਗਿਆਨੀ ਹਰਪ੍ਰੀਤ ਸਿੰਘ ਜੀ, ਤੁਸੀਂ ਵੱਖ-ਵੱਖ ਅਕਾਲੀ ਧੜਿਆਂ ਦੇ ਆਗੂਆਂ ਨੂੰ ਕਿਹਾ ਕਿ ਆਪਣੀ ਈਗੋ ਤਿਆਗੋ। ਇਹ ਨਿਰਮਾਣਤਾ ਤੁਹਾਡੇ 'ਚ ਹੀ ਆ ਇਕੱਲਿਆਂ 'ਚ, ਜਾਂ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਕੁਟੰਬ 'ਚ ਹੀ ਆ, ਬਾਦਲ ਲਾਣੇ 'ਚ ਹੀ ਆ ਇਹ ਨਿਰਮਾਣਤਾ? ਬਾਕੀ ਜਿੰਨੇ ਵੀ ਧੜਿਆਂ ਦੇ ਆਗੂ ਨੇ ਈਗੋ 'ਚ ਨੇ, ਉਹ ਹਉਮੈ 'ਚ ਨੇ, ਹੰਕਾਰ 'ਚ ਨੇ, ਤੇ ਤੁਸੀਂ ਬਹੁਤ ਨਿਰਮਾਣਤਾ 'ਚ ਹੋ। ਤੇ ਇਹਦਾ ਸਰਟੀਫਿਕੇਟ ਤੁਹਾਨੂੰ ਕਿਹਨੇ ਦਿੱਤਾ? ਇੱਕ ਮੈਂ ਗੱਲ ਖਾਸ ਤੌਰ ਤੇ ਹੋਰ ਕਹਿਣੀ ਚਾਹੁੰਦਾ ਕਿ ਅੱਜ ਸਿੱਖ ਸਮਾਜ ਦੇ ਵਿੱਚ ਜਾਤ ਪਾਤ, ਵਿਤਕਰੇਬਾਜ਼ੀਆਂ, ਨਫ਼ਰਤਬਾਜ਼ੀਆਂ ਔਰ ਵੱਡੀ ਗੱਲ ਕਿ ਸਿੱਖਾਂ ਦੇ ਵਿੱਚ ਬਦਤਮੀਜ਼ੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਜਿਹੜੀ ਹੈ ਇੱਕ ਵੱਡਾ ਵਿਕਾਰ ਦੇ ਰੂਪ ਦੇ ਵਿੱਚ ਪੈਦਾ ਹੋ ਗਈ। ਇਸ ਨੂੰ ਦੂਰ ਕਰਨ ਦੇ ਲਈ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਯਤਨਸ਼ੀਲ ਹੋਣਾ ਚਾਹੀਦਾ ਹੈ। ਔਰ
ਭਾਰਤ ਦੀ ਰਾਜਨੀਤੀ ਦੇ ਵਿੱਚ ਨਹੀਂ, ਮੈਂ ਕੇਵਲ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਾਂਗਾ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਹੁਤ ਨਿਗਾਰ ਆ ਚੁੱਕੇ, ਬੋਲਬਾਣੀ, ਸ਼ਬਦਾਵਲੀ ਨੇਤਾਵਾਂ ਦੀ ਬਹੁਤ ਹੀ ਨੀਵੇਂ ਦਰਜੇ ਦੀ ਹੋ ਚੁੱਕੀ ਹੈ। ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਪਾਸੇ ਵੀ ਬਹੁਤ ਵੱਡਾ ਜਿਹੜਾ ਹੈ ਉਹ ਹਮਲਾ ਮਾਰਨ ਦੀ ਜ਼ਰੂਰਤ ਹੈ। ਉਹ ਆਪਣੇ ਪੁਰਾਣੇ ਸਰੂਪ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਆਉਣ ਦੀ ਬਹੁਤ ਵੱਡੀ ਜਿਹੜੀ ਹੈ ਉਹ ਲੋੜ ਹੈ। ਗਿਆਨੀ ਹਰਪ੍ਰੀਤ ਸਿੰਘ ਜੀ, ਤੁਸੀਂ ਇੱਕ ਹੋਰ ਗੁਸਤਾਖੀ ਕੀਤੀ ਹੈ, ਸਿੱਖ ਕੌਮ ਨੂੰ ਬਦਤਮੀਜ਼ ਕਿਹਾ। ਆਪਣੇ ਵੈਣ ਪਾਉਂਦਿਆਂ ਕਿਹਾ ਕਿ ਸਿੱਖ ਬਦਤਮੀਜ਼ ਹੋ ਗਏ ਨੇ। ਤਮੀਜ਼ ਦੇ ਵਿੱਚ ਤੁਸੀਂ ਹੋ ਜਾਂ ਪ੍ਰਕਾਸ਼ ਸਿੰਘ ਬਾਦਲ ਹੈ ਜਾਂ ਉਹਦਾ ਲਾਣਾ? ਤੁਸੀਂ ਬਾਬਾ ਬੁੱਢਾ ਜੀ ਦੀ ਹੈੱਡ ਗ੍ਰੰਥੀ ਦੀ ਪੋਸਟ ਤੇ ਕਲੰਕ ਲੱਗੇ ਹੋਏ ਹੋ। ਤੁਸੀਂ ਦਸਮ ਪਾਤਸ਼ਾਹ ਦਾ ਜਿਹੜਾ ਸਰੀਰ ਸੀ, ਮੇਰੀ ਆਤਮਾ ਗ੍ਰੰਥ ਵਿੱਚ, ਪ੍ਰਾਣ ਪੰਥ ਵਿੱਚ, ਤੁਸੀਂ ਉਹਦਾ ਨਿਰਾਦਰ ਕੀਤਾ। ਉਸ ਸਰੀਰ ਦਾ ਤੁਸੀਂ ਨੌਕਰ ਬਣ ਕੇ ਤੇ ਬੁੱਤੀਆਂ ਸਾਰਦੇ ਪਏ ਹੋ, ਆਪਣਾ ਤਾਲ ਪੂਰੇ ਕਰਦੇ ਪਏ ਹੋ, ਤੁਸੀਂ ਫਰਜ਼ ਨਹੀਂ ਨਿਭਾਉਂਦੇ ਪਏ। ਕਦੀ ਦਸਮ ਪਾਤਸ਼ਾਹ ਨੇ ਅਕਾਲ ਪੁਰਖ ਸੱਚੇ ਵਾਹਿਗੁਰੂ ਦੇ ਹੁਕਮ ਨਾਲ ਜਦੋਂ ਪੰਜ ਪਿਆਰੇ ਸਾਜੇ ਸੀ ਤੇ ਉਦੋਂ ਇੱਕ ਸਮਕਾਲੀ ਕਵੀ ਕੰਕਣ ਨੇ ਕਿਹਾ ਸੀ, ਵਾਹਿਗੁਰੂ ਇੱਕ ਸੁਖਣ ਸੁਣਾਇਆ, ਗੁਰੂ ਖਾਲਸਾ ਨਾਮ ਤਰਾਇਆ, ਤੁਮ ਮੇਰੇ ਮੈਂ ਤੁਮਰਾ ਹੁਆ, ਤੁਮਰਾ ਹਮਰਾ ਗੁਰੂ ਨਾ ਦੂਆ। ਪਰ ਤੁਸੀਂ ਤਾਂ ਅੱਜ ਬਾਦਲ ਨੂੰ ਗੁਰੂ ਬਣੀ ਬੈਠੇ ਹੋ। ਇਹ ਪੰਜ ਸਿੱਖ ਜਿਨ੍ਹਾਂ ਨੂੰ ਗੁਰੂ ਨੇ ਇੰਨਾ ਵੱਡਾ ਵਿਸ਼ਵਾਸ ਕੀਤਾ ਕਿ ਗੁਰੂ ਸਾਹਿਬ ਕਹਿੰਦੇ, ਟਾਮਨ ਕਰ ਕੋਈ ਭੀਤ ਨਚਾਵੇ, ਤੋ ਵੀ ਮਮ ਸਿੱਖਣ ਨਹੀਂ ਭਾਵੇ। ਕੋਈ ਏਡਾ ਵੱਡਾ ਜਾਦੂਗਰ ਆ ਜਾਊਗਾ ਕਿ ਦੀਵਾਰ ਨੂੰ ਨਚਾ ਦੂਗਾ ਟੂਣਾ ਕਰਕੇ, ਤੇ ਮੇਰੇ ਸਿੱਖ ਉਹਨੂੰ ਨਹੀਂ ਮੰਨਣਗੇ। ਤੁਸੀਂ ਤਾਂ ਰਾਮ ਰਹੀਮ ਨੂੰ ਮੰਨਣ ਲੱਗ ਪਏ, ਗੁਰੂ ਵੱਲ ਪਿੱਠ ਕਰਕੇ ਬੈਠ ਗਏ। ਤਖਤ ਅਕਾਲ ਪੁਰਖ ਦਾ ਤੁਸੀਂ ਝੂਠੀ ਪਾਤਸ਼ਾਹੀ ਦੇ ਪੈਰਾਂ 'ਚ ਬਹਿ ਕੇ ਸਾਈਨ ਕਰਨ ਲੱਗ ਪਏ। ਤੁਸੀਂ ਹੁਣ ਸੰਗਤ ਨੂੰ ਉਪਦੇਸ਼ ਦੇ ਰਹੇ ਹੋ। ਇਹ ਅੱਜ ਅਕਾਲੀ ਦਲ ਅਗਰ ਖਤਮ ਹੋ ਗਿਆ ਤੇ ਜਿਉਂਦਾ ਉਸ ਦਿਨ ਸੀ ਜਿੱਦਣ ਬਰਗਾੜੀ ਹੋਈ ਸੀ, ਜਿੱਦਣ ਬਰਗਾੜੀ ਵਿੱਚ ਖੂਨ ਖਰਾਬਾ ਕੀਤਾ ਤੇਰੇ ਆਕਾ ਨੇ, ਉਦੋਂ ਅਕਾਲੀ ਦਲ ਜੀਵਤ ਸੀ। ਜਿੱਦਣ ਦਸਮ ਪਾਤਸ਼ਾਹ ਦੀ ਪਵਿੱਤਰ ਆਤਮਾ ਗੁਰੂ ਗ੍ਰੰਥ ਸਾਹਿਬ ਪੈਰਾਂ ਥੱਲੇ ਲਤਾੜਨ ਵਾਲਿਆਂ ਨੂੰ ਸ਼ਰਨ ਦਿੱਤੀ ਤੇਰੇ ਬਾਦਲ ਨੇ, ਜਿੱਦਣ ਸਿੱਖ ਬੱਚਿਆਂ ਨੂੰ ਗੋਲੀਆਂ ਨਾਲ ਵਿੰਨਣ ਵਾਲਿਆਂ ਨੂੰ ਤੁਸੀਂ ਸਰੋਪੇ ਦਿੱਤੇ ਕਮੇਟੀ ਰਾਹੀਂ, ਉਦਣ ਉਸ ਭੱਦਰ ਪੁਰਸ਼ ਨੇ ਉਹਨਾਂ ਨੂੰ ਬਚਾਇਆ, ਉਹਨਾਂ ਤੇ ਕੇਸ ਦਰਜ ਨਹੀਂ ਹੋਣ ਦਿੱਤਾ। ਉਦਣ ਅਕਾਲੀ ਦਲ ਜਿਉਂਦਾ ਸੀ। ਗਿਆਨੀ ਜੀ, ਅਕਾਲੀ ਦਲ ਜਿਉਂਦਾ ਤੇ ਜਿਉਂਦਾ ਰਹੂਗਾ। ਮਰਿਆ ਤੇ ਤੇਰਾ ਆਕਾ ਪ੍ਰਕਾਸ਼ ਸਿੰਘ ਬਾਦਲ ਤੇ ਉਹਦਾ ਪਰਿਵਾਰ, ਉਹਦੇ ਕੀਰਨੇ ਪਾਓ, ਉਹਦੇ ਦਰ ਤੇ ਜਾ ਕੇ। ਅਕਾਲ ਤਖਤ ਤੇ ਬਚ ਸਕਣੀ ਇਹ ਨਾ ਲਿਆਓ। ਅਕਾਲ ਤਖਤ ਦੇ ਉੱਤੇ ਇਹ ਜਿਹੜੇ ਤੁਸੀਂ ਲਫ਼ਜ਼ ਬੋਲੇ ਨੇ, ਇਹ ਨਾ ਕੱਢੋ ਆਪਣੇ ਜ਼ੁਬਾਨ ਚੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।